ਹੈਲੋ ਵੈਲਕਮ ਟੂ ਆਲ ਆਫ ਯੂ। ਅੱਜ ਆਪਾਂ ਡਿਸਕਸ ਕਰਾਂਗੇ ਰਾਈਟਿੰਗ ਟਾਸਕ 2 ਅਤੇ ਜਿਹੜੀ ਅੱਜ ਆਪਣੇ ਕੋਲ ਟਾਈਪ ਹੈਗੀ ਆ ਉਹ ਹੈਗੀ ਡਿਸਕਸ ਬੋਥ ਵਿਊਜ਼ ਐਂਡ ਗਿਵ ਯੂਅਰ ਓਪੀਨੀਅਨ। ਇਹਦੇ ਵਿੱਚ ਦੋ ਆਪਣੇ ਕੋਲ ਡਿਫਰੈਂਟ ਜਿਹੜੇ ਓਪੀਨੀਅਨਸ ਵਿਊਜ਼ ਦਿੱਤੇ ਗਏ ਹੁੰਦੇ ਆ ਅਤੇ ਆਪਾਂ ਉਹਨਾਂ ਨੂੰ ਦੋਨਾਂ ਨੂੰ ਡਿਸਕਸ ਕਰਕੇ ਆਪਣਾ ਵੀ ਦੱਸਣਾ ਹੁੰਦਾ ਕਿ ਮੈਂ ਕਿਸ ਸਾਈਡ ਵਾਲੇ ਹਾਂ, ਹੈ ਨਾ। ਤਾਂ ਇਸ ਤਰੀਕੇ ਨਾਲ ਜਿਹੜਾ ਅੱਜ ਆਪਾਂ ਇਹਦਾ ਜਿਹੜਾ ਸੈਂਪਲ ਆਨਸਰ ਦੇ ਨਾਲ ਹਰ ਇੱਕ ਚੀਜ਼ ਸਮਝਾਂਗੇ ਵੀ ਕੀ ਜਿਹੜੀਆਂ ਇਹਦੀਆਂ ਨੀਡਸ ਹੈਗੀਆਂ ਟਾਸਕ ਦੀਆਂ। ਤਾਂ ਆਪਾਂ ਜਿਹੜੀ ਵੀਡੀਓ ਸਟਾਰਟ ਕਰਦੇ ਹਾਂ। ਫਸਟ ਆਫ ਆਲ ਦੇਖ ਲਓ ਆਪਣੇ ਕੋਲ ਸਟੇਟਮੈਂਟ ਕੀ ਹੈ। ਸਟੇਟਮੈਂਟ ਹੈਗੀ ਸਮ ਪੀਪਲ ਥਿੰਕ ਦੈਟ, ਠੀਕ ਆ, ਕੁਛ ਲੋਕ ਹੀ ਸੋਚਦੇ ਹੈਗੇ ਆ ਚਿਲਡਰਨ ਸ਼ੁੱਡ ਏਮ ਦੇਅਰ ਬੈਸਟ ਐਟ ਵਾਟ ਦੇ ਆਰ ਡੂਇੰਗ, ਠੀਕ ਆ, ਕਿ ਚਿਲਡਰਨ ਦਾ ਜਿਹੜਾ ਏਮ ਹੋਣਾ ਚਾਹੀਦਾ ਹੈਗਾ ਕਿ ਉਹ ਕੀ ਕਰ ਰਹੇ ਹੈਗੇ ਉਹਦੇ ਵਿੱਚ ਉਹ ਬੈਸਟ ਆਪਣਾ ਦੇਣ, ਠੀਕ ਆ। ਤਾਂ ਉਸ ਤੋਂ ਬਾਅਦ ਕੀ ਆ ਵਾਈਲ ਇੱਕ ਕਨੈਕਟਰ ਹੁੰਦਾ, ਜਦੋਂ ਟਰੈਂਡ ਚੇਂਜ ਹੋਵੇ ਉਦੋਂ ਆਪਣਾ ਜਿਹੜਾ ਮਤਲਬ ਕਿ ਜਦੋਂ ਕਿ ਦੋ ਡਿਫਰੈਂਟ ਚੀਜ਼ਾਂ ਦੀ ਗੱਲ ਹੋਈ ਹੋਵੇ ਉਦੋਂ ਇਹ ਕਨੈਕਟਰ ਲੱਗਦਾ ਵਾਈਲ ਹਾਊ ਐਵਰ, ਠੀਕ ਆ, ਵੇਅਰ ਐਜ਼ ਇੱਦਾਂ ਦੇ ਕਨੈਕਟਰ। ਅਦਰ ਬਲੀਵ ਇਟ ਇਜ਼ ਨੋਟ ਨੈਸੈਸਰੀ ਫॉर them, ਤਾਂ ਕੁਛ ਲੋਕ ਇਹ ਵੀ ਸੋਚਦੇ ਕਿ ਇਹ ਉਹਨਾਂ ਲਈ ਨੈਸੈਸਰੀ ਨਹੀਂ ਹੈਗਾ, ਠੀਕ ਆ। ਤਾਂ ਡਿਸਕਸ ਬੋਥ ਵਿਊਜ਼ ਐਂਡ ਗਿਵ ਯੂਅਰ ਓਪੀਨੀਅਨ, ਠੀਕ ਆ। ਇੱਕ ਤਾਂ ਤੁਸੀਂ BP1 ਦੇ ਵਿੱਚ ਰੀਜ਼ਨ ਦੱਸਣਾ ਗਾ ਵੀ ਕਿਉਂ ਲੋਕ ਇਹ ਗੱਲ ਸੋਚਦੇ ਹੈਗੇ ਆ ਕਿ ਉਹਨਾਂ ਦਾ ਏਮ ਹੋਣਾ ਚਾਹੀਦਾ, ਠੀਕ ਆ। ਅਤੇ ਦੂਸਰੇ BP ਦੇ ਵਿੱਚ ਤੁਸੀਂ ਕੀ ਦੱਸਣਾ ਹੈਗਾ ਗਾ ਕਿ ਮਤਲਬ ਕਿ ਕਿਉਂ ਨਹੀਂ ਗਾ ਨੈਸੈਸਰੀ, ਕਿਉਂ ਉਹਨਾਂ ਨੂੰ ਅਵੋਇਡ ਕਰਨਾ ਚਾਹੀਦਾ, ਠੀਕ ਆ। ਦੋਨੋਂ ਪਾਸੇ ਹੁਣ ਤੁਸੀਂ ਜਾਣਾ ਹੈਗਾ ਅਤੇ ਲਾਸਟ 'ਤੇ ਤੁਸੀਂ ਜਿਹੜਾ BP ਮਤਲਬ ਥਰਡ ਨਹੀਂ ਬਣਾਉਣਾ ਹੈਗਾ, ਠੀਕ ਆ। ਆਪਣਾ ਓਪੀਨੀਅਨ ਦੇਣ ਦੇ ਲਈ ਤੀਸਰਾ BP ਨਹੀਂ ਬਣਾਉਣਾ, ਤਾਂ ਉਹ ਤੁਸੀਂ ਜਿਹੜਾ ਆਪਣਾ ਓਪੀਨੀਅਨ ਆ ਉਹ ਕਨਕਲੂਜ਼ਨ ਦੇ ਵਿੱਚ ਦੇਣਾ ਹੈਗਾ, ਠੀਕ ਆ। ਤੁਸੀਂ ਦੱਸਣਾ ਐਟ ਦਾ ਐਂਡ ਦੋਨੋਂ ਪ੍ਰੋਪਰਲੀ ਡਿਸਕਸ ਕਰਕੇ BP1 ਐਂਡ BP2, ਉਸ ਤੋਂ ਬਾਅਦ ਤੁਸੀਂ ਕਨਕਲੂਜ਼ਨ ਦੇ ਵਿੱਚ ਆਪਣਾ ਦੱਸ ਦਿਓ ਕਿ ਮੈਂ ਇਸ ਜਿਹੜਾ ਸਾਈਡ ਹੈਗਾ, ਠੀਕ ਆ। ਅਤੇ ਤੀਸਰਾ BP ਨਹੀਂ ਬਣੂਗਾ ਇਸ ਦੇ ਵਿੱਚ। ਤਾਂ ਆਪਾਂ ਸਟਰਕਚਰ ਦੀ ਗੱਲ ਕਰੀਏ ਤਾਂ ਸਟਰਕਚਰ ਦੇ ਵਿੱਚ ਕੀ ਆ, ਫਸਟ ਆਫ ਆਲ ਆਪਣੇ ਕੋਲ ਇੰਟਰੋ ਆ ਜਾਂਦੀ ਹੈ, ਠੀਕ ਹੈ। ਇੰਟਰੋ ਦੇ ਵਿੱਚ ਰੀਫਰੇਜ਼ ਪਲੱਸ ਥੀਸਿਸ ਲਾਈਨ, ਠੀਕ ਆ। ਤਾਂ ਜਿਹੜੀ ਆਪਣੇ ਕੋਲ ਰੀਫਰੇਜ਼ ਆ ਨਾ, ਤਾਂ ਉਹ ਆਪਾਂ ਜਿਹੜੀ ਸੈਂਟੈਂਸ ਟੂ ਸੈਂਟੈਂਸ ਕਰਦੇ ਹੁੰਦੇ ਆ ਵਧੀਆ ਸਕੋਰ। ਜੇ ਆਪਾਂ ਵਰਡ ਟੂ ਵਰਡ ਕਰਦੇ ਹਾਂ ਤਾਂ ਉਹ ਆਪਣੀ 6 ਤੱਕ ਹੀ ਰਹਿ ਜਾਂਦੀ ਹੈ, ਠੀਕ ਹੈ। ਜੇ ਆਪਾਂ ਸੈਂਟੈਂਸ ਟੂ ਸੈਂਟੈਂਸ ਕਰਦੇ ਹਾਂ ਤਾਂ 7+। ਤਾਂ ਆਪਾਂ ਜਿਹੜੇ ਅੱਜ 7+ ਟਾਸਕ ਦੀ ਗੱਲ ਕਰਾਂਗੇ, ਇਸ ਲਈ ਆਪਾਂ ਜਿਹੜਾ ਸੈਂਟੈਂਸ ਟੂ ਸੈਂਟੈਂਸ ਰੀਫਰੇਜ਼ ਕਰਾਂਗੇ, ਠੀਕ ਆ। ਤਾਂ ਉਸ ਤੋਂ ਬਾਅਦ ਥੀਸਿਸ ਲਾਈਨ, ਠੀਕ ਆ। ਥੀਸਿਸ ਲਾਈਨ ਦੇ ਵਿੱਚ ਤੁਸੀਂ ਕੀ ਕਰਨਾ, ਸਿੰਪਲੀ ਵਰਡ ਚੇਂਜ ਕਰ ਦੇਣੇ ਆ। ਜਿੱਦਾਂ ਹੁਣ ਡਿਸਕਸ ਬੋਥ ਵਿਊਜ਼ ਹੈ ਨਾ, ਤਾਂ ਤੁਸੀਂ ਇਹ ਦੱਸ ਸਕਦੇ ਹੋ ਕਿ ਡਿਸਕਸ ਬੋਥ ਵਿਊ ਤੁਸੀਂ ਓਪੀਨੀਅਨ ਦੀ ਜਗ੍ਹਾ 'ਤੇ ਪਰਸਪੈਕਟਿਵ ਕਰ ਦਿਓ, ਜਾਂ ਇੱਕ ਦਾ ਵਰਡ ਚੇਂਜ ਕਰਕੇ ਥੀਸਿਸ ਲਾਈਨ 'ਚ ਸਿੰਪਲੀ ਇਹ ਦੱਸਣਾ ਕਿ ਮੈਂ ਕੀ ਕਰਨ ਜਾ ਰਿਹਾ, ਠੀਕ ਆ। ਬਸ ਤੁਸੀਂ ਇਹ ਕਹਿਣਾ ਕਿ ਮੈਂ ਆਪਣੇ ਜਿਹੜੇ ਦੋਨੋਂ ਵਿਊਜ਼ ਡਿਸਕਸ ਕਰੂੰਗਾ, ਤਾਂ ਦੈਨ ਕੀ ਹੈ ਮੈਂ ਆਪਣਾ ਪਰਸਪੈਕਟਿਵ ਵੀ ਤੁਹਾਡੇ ਨਾਲ ਸ਼ੇਅਰ ਕਰੂੰਗਾ, ਠੀਕ ਆ। ਤਾਂ ਇਹ ਚੀਜ਼ ਹੋ ਗਈ ਆਪਣੀ ਥੀਸਿਸ ਲਾਈਨ। ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰੀਏ BP1 ਦੀ, ਠੀਕ ਆ। ਤਾਂ BP1 ਦੇ ਵਿੱਚ ਕੀ ਆਪਾਂ ਚੀਜ਼ ਕਰਦੇ ਹੁੰਦੇ ਆ, ਇੱਕ ਤਾਂ ਹੋ ਗਈ ਆਪਣੀ ਬੇਸਿਕ ਲਾਈਨ, ਠੀਕ ਆ, ਜਿਹਤੋਂ ਆਪਾਂ ਸਟਾਰਟ ਕਰਨਾ। ਉਸ ਤੋਂ ਬਾਅਦ ਕੀ ਆਪਣਾ ਹੋ ਗਿਆ ਟਾਸਕ ਸਟੇਟਮੈਂਟ। ਫਿਰ ਆਪਾਂ ਕੀ ਕਰਦੇ ਹੁੰਦੇ ਆ ਐਲੈਬੋਰੇਸ਼ਨ, ਠੀਕ ਹੈ, ਐਕਸਪਲੇਨ ਕਰਦੇ ਹੁੰਦੇ ਆ। ਮਤਲਬ ਕਿ ਜਿਹੜੀ ਟਾਸਕ ਸਟੇਟਮੈਂਟ ਦੇ ਦਿੱਤੀ ਉਹਦਾ ਜਿਹੜਾ ਆਪਾਂ ਰੀਜ਼ਨ ਕੁਛ ਵੀ ਇੱਕ ਸਿੰਪਲ ਲਾਈਨ 'ਚ ਲਿਖਤਾ ਉਹਨੂੰ ਦੱਸਣਾ ਕਿ ਕਿੱਦਾਂ ਅਪਲਾਈ ਹੁੰਦਾ, ਠੀਕ ਹੈ, ਇਸ 'ਤੇ ਇਸ ਕੰਡੀਸ਼ਨ 'ਤੇ ਉਹ ਆਪਾਂ ਦੱਸ ਦਿੱਤਾ। ਤਾਂ ਉਸ ਤੋਂ ਬਾਅਦ ਕੀ ਆਪਾਂ ਐਡ ਕਰਦੇ ਹੁੰਦੇ ਐਗਜ਼ਾਮਪਲ, ਠੀਕ ਹੈ। ਐਗਜ਼ਾਮਪਲ ਦੇ ਵਿੱਚ ਕੀ ਆਪਾਂ ਕਰਨਾ ਹੁੰਦਾ, ਇੱਕ ਸਰਵੇ ਔਰ ਸਟੱਡੀ ਆਪਾਂ ਪਾ ਦੇਣੀ ਹੈ। ਐਟ ਦਾ ਐਂਡ ਆਪਾਂ ਕੀ ਕਰਨਾ, ਰਿਜ਼ਲਟ ਦੇਣਾ। ਤਾਂ ਹੁਣ ਇਹੀ ਸੇਮ ਸਟਰਕਚਰ ਆਪਾਂ BP2 ਲਈ ਯੂਜ਼ ਕਰਨਾ, ਬਟ ਫਰਕ ਕੀ ਹੈਗਾ ਗਾ, ਕਨੈਕਟਰ ਆਪਣੇ ਡਿਫਰੈਂਟ ਹੋਣਗੇ, ਠੀਕ ਹੈ। ਜਿਹੜੇ ਕਨੈਕਟਰ ਤੁਸੀਂ ਹਰ ਇੱਕ ਪੁਆਇੰਟ ਸ਼ੁਰੂ ਕਰਨ ਲਈ ਲਾਈਕ 5 ਪੁਆਇੰਟ ਬਣੇ ਆਪਣੇ BP1 'ਚ, ਹੈ ਨਾ, ਤਾਂ ਉਹਨੂੰ ਹਰ ਇੱਕ ਪੁਆਇੰਟ ਨੂੰ ਸ਼ੁਰੂ ਕਰਨ ਲਈ ਇੱਕ ਕਨੈਕਟਰ ਹੋਣਾ ਚਾਹੀਦਾ, ਠੀਕ ਆ। ਉਹ ਕਨੈਕਟਰ ਜਿਹੜੇ ਤੁਸੀਂ BP1 'ਚ ਯੂਜ਼ ਕਰ ਲਿਓ BP2 'ਚ ਨਹੀਂ ਹੋਣਗੇ, ਠੀਕ ਆ। ਅਤੇ ਉਹ ਡੈਫੀਨੇਟਲੀ ਆਪਣੇ ਜਿਹੜੇ ਆਈਡੀਆਜ਼ ਹੈਗੇ ਆ, ਹੈ ਨਾ, ਜਾਂ ਐਗਜ਼ਾਮਪਲਸ ਹੈਗੇ ਉਹ ਤੋਂ ਚੇਂਜ ਹੋਣਗੀਆਂ ਨਾ, ਕਿਉਂਕਿ ਆਪਾਂ ਗੱਲ ਹੀ ਉੱਤੇ ਹੋਰ ਵਿਊ ਦੀ ਕਰਨੀ ਆ, BP1 'ਚ ਕਿਸੇ ਹੋਰ ਵਿਊ ਦੀ ਕਰਨੀ ਹੈ, ਠੀਕ ਆ। ਤਾਂ ਚਲੋ ਆਪਾਂ ਸਟਾਰਟ ਕਰਦੇ ਹੈਗੇ ਹਾਂ। ਫਸਟ ਆਫ ਆਲ ਦੇਖਦੇ ਹਾਂ ਆਪਾਂ ਇੰਟਰੋ ਕਿੱਦਾਂ ਬਣਾਉਂਦੇ ਹਾਂ, ਠੀਕ ਆ। ਤਾਂ ਆਪਾਂ ਕੀ ਕੀਤਾ, ਫਸਟਲੀ ਆਪਾਂ ਟਰਾਈ ਕਰਨਾ ਹੈਗਾ ਕਿ ਤੁਸੀਂ ਪੈਸਿਵ ਜਿਹੜਾ ਹੈਗਾ ਆਪਣੇ ਕੋਲ ਪੈਸਿਵ ਵੌਇਸ ਅਤੇ ਕੰਪਲੈਕਸ ਜਿਹੜੀਆਂ ਮੇਨ ਨੀਡਸ ਹੈਗੀਆਂ ਐਸੇ ਦੀਆਂ, ਉਸ ਤੋਂ ਬਾਅਦ ਆਉਂਦਾ ਆਪਣਾ ਸਟਰਕਚਰ, ਠੀਕ ਆ। ਅਤੇ ਜੇ ਤੁਸੀਂ ਇਹ ਤਿੰਨੇ ਚੀਜ਼ਾਂ ਕਵਰ ਕਰਦੇ ਹੈਗੇ ਆ ਤਾਂ ਡੈਫੀਨੇਟਲੀ ਤੁਹਾਡੇ ਬਹੁਤ ਵਧੀਆ ਸਕੋਰ ਆਉਂਦੇ ਹੈਗੇ ਆ। ਤਾਂ ਫਸਟ ਆਫ ਆਲ ਕੀ ਆਪਾਂ ਪੈਸਿਵ, ਜਦੋਂ ਤੁਸੀਂ ਆਪਣੀ ਇੰਟਰੋ ਬਣਾਉਣ ਜਾਂਦੀ ਆ ਤਾਂ ਟਰਾਈ ਕਰੋ ਕਿ ਤੁਸੀਂ ਪੈਸਿਵ ਜ਼ਰੂਰ ਇੱਕ ਅੱਧਾ ਐਡ ਕਰੋ ਵਿੱਚ, ਠੀਕ ਆ। ਤਾਂ ਉਸ ਤੋਂ ਬਾਅਦ ਤੁਸੀਂ ਕੰਪਲੈਕਸ ਵੀ ਐਡ ਕਰ ਸਕਦੇ ਆ। ਤਾਂ ਦੈਨ ਆਪਣੇ ਕੋਲ ਜੇ ਸਾਰੇ ਟਾਸਕ ਦੇ ਵਿੱਚ ਕੰਪਲੈਕਸ ਪੈਸਿਵ ਐਡ ਹੋਣਗੇ ਉਹ ਤੁਹਾਨੂੰ ਦੱਸੂਗੀ ਕਿ ਤੁਸੀਂ ਕਿੱਥੇ ਕਿੱਥੇ ਇੱਕ ਰੱਟਾ ਰੱਖ ਸਕਦੇ ਆ, ਠੀਕ ਆ। ਕਿਉਂਕਿ ਪੈਸਿਵ ਵੌਇਸ ਵੀ ਕਾਫੀ ਜਿਹੜੇ ਬੱਚਿਆਂ ਨੂੰ ਔਖੇ ਲੱਗਦੇ ਹੈਗੇ, ਮੈਂ ਤੁਹਾਨੂੰ ਰੱਟਾ ਵੀ ਦੱਸੂਗੀ ਇਹਨਾਂ ਟੈਂਸ ਦਾ, ਠੀਕ ਆ। ਮਤਲਬ ਉਹ ਇੱਕ ਟ੍ਰਿਕਸ ਹੋ ਜਾਣੀ ਆ ਤੁਹਾਡੇ ਲਈ। ਤਾਂ ਆਪਾਂ ਕੀ ਕਰਦੇ ਹਾਂ, ਪਹਿਲਾਂ ਦੇਖੋ ਫਸਟ ਲਾਈਨ ਦੇ ਵਿੱਚ ਆਪਾਂ ਕੀ ਲਿਖਿਆ ਇੰਟਰੋ ਬਣਾਉਣ ਲਈ, ਇਟ ਇਜ਼ ਆਫਨ ਆਰਗੂਡ ਬਾਈ ਫਿਊ ਪੀਪਲ ਦੈਟ, ਠੀਕ ਆ। ਦੈਟ ਤੱਕ ਹੁਣ ਆਪਣਾ ਜਿਹੜਾ ਕੀ ਹੋ ਗਿਆ, ਇੱਕ ਪੈਸਿਵ ਵੌਇਸ ਹੋ ਗਈ, ਠੀਕ ਆ। ਤਾਂ ਆਪਾਂ ਕੀ ਦਿੱਤਾ ਉੱਥੇ ਉਹਨਾਂ ਨੇ ਆਪਣੇ ਸਿੱਧਾ ਦੱਸਿਆ ਕਿ ਸਮ ਪੀਪਲ ਥਿੰਕ ਦੈਟ, ਕੁਛ ਲੋਕ ਇਹ ਸੋਚਦੇ ਆ। ਤਾਂ ਆਪਾਂ ਕੀ ਕੀਤਾ ਕਿ ਜਦੋਂ ਆਪਾਂ ਮਤਲਬ ਕਿ ਇੰਟਰੋ ਬਣਾਉਣ ਲੱਗੀ ਉਦੋਂ ਆਪਾਂ ਇਹ ਲਿਖਦਾ ਕਿ ਇਹ ਲੋਕਾਂ ਦੁਆਰਾ ਆਰਗੂ ਕੀਤਾ ਜਾਂਦਾ ਹੈਗਾ, ਠੀਕ ਆ। ਇਹ ਪੈਸਿਵ ਫਾਰਮ 'ਚ ਆਪਣਾ ਆ ਗਿਆ ਸੈਂਟੈਂਸ, ਠੀਕ ਆ। ਤਾਂ ਦੇਖੋ ਜਿਹੜੀਆਂ ਆਪਣੀਆਂ 99% ਜਿਹੜੀਆਂ ਸਟੇਟਮੈਂਟ ਹੁੰਦੀਆਂ ਟਾਸਕ 2 ਦੀਆਂ ਉਹ ਆਪਣੀਆਂ ਕਿੱਥੋਂ ਸਟਾਰਟ ਹੁੰਦੀਆਂ, ਸਮ ਪੀਪਲ ਥਿੰਕ ਦੈਟ, ਸਮ ਪੀਪਲ ਬਲੀਵ ਦੈਟ, ਠੀਕ ਆ, ਹੈ ਨਾ, ਇੱਦਾਂ ਦੀ ਲਾਈਨ ਤੋਂ ਸਟਾਰਟ ਹੁੰਦੇ ਆ। ਤਾਂ ਉਹਦੇ ਲਈ ਤੁਸੀਂ ਕੀ ਕਰ ਸਕਦੇ, ਸਿੰਪਲ ਇੱਕ ਪੈਸਿਵ ਕਰ ਲਓ, ਠੀਕ ਹੈ। ਜਿੱਦਾਂ ਹੁਣ ਕਿ ਇਟ ਇਜ਼
मतलब ऑफन आर्गू बाय फ्यू पीपल, ठीक आ। ਤਾਂ ਤੁਸੀਂ ਇਹ ਕਰ ਸਕਦੇ ਆ, ਠੀਕ ਆ, ਜਾਂ ਫਿਰ ਇਟ ਇਜ਼ ਬਲੀਵਡ ਬਾय ਸਮ ਪੀਪਲ, ਠੀਕ ਆ। ਤਾਂ ਉਸ ਤਰੀਕੇ ਨਾਲ ਕਿ ਤੁਸੀਂ ਇੱਕ ਪੈਸਿਵ ਜਿਹੜਾ ਇਹ ਰੱਟਾ ਰੱਖ ਲਓ, ਠੀਕ ਹੈ, ਜਾਣੀ ਕਿ ਜਦੋਂ ਤੁਸੀਂ ਸਟੇਟਮੈਂਟ ਸਟਾਰਟ ਕਰਨ ਲੱਗੇ ਆ, ਇੰਟਰੋ ਬਣਾਉਣ ਲੱਗੇ ਆ, ਉਦੋਂ ਪੈਸਿਵ ਐਡ ਕਰੋ ਸਟਾਰਟਿੰਗ ਦੇ ਵਿੱਚ, ਠੀਕ ਆ। ਤਾਂ ਉਸ ਤੋਂ ਬਾਅਦ ਕੀ ਕਰਦੇ ਹਾਂ ਆਪਾਂ, ਸਟਾਰਟ ਕਰਦੇ ਹਾਂ ਲਰਨਰ ਸ਼ੁੱਡ। ਹੁਣ ਆਪਣੇ ਕੋਲ ਕੀ ਹੈਗਾ, ਚਿਲਡਰਨ ਦਿੱਤਾ। ਹੁਣ ਆਪਾਂ ਜਿਹੜਾ ਮਤਲਬ ਕਿ ਚੇਂਜ ਕਰਨੇ ਹੈਗੇ ਨਾ, ਵਰਡ ਚੇਂਜ ਕਰਨੇ ਹੈਗੇ ਆ, ਤਾਂ ਆਪਾਂ ਕੀ ਕੀਤਾ, ਚਿਲਡਰਨ ਦੀ ਜਗ੍ਹਾ ਕੀ ਲਰਨਰ ਕਰ ਦਿੱਤਾ, ਸੇਮ ਗੱਲ ਆ, ਠੀਕ ਆ। ਸ਼ੁੱਡ ਏਮ, ਉਹ ਤੋਂ ਬਾਅਦ ਕੀ ਆ, ਇਨ ਔਰਡਰ ਟੂ ਪਰਫੋਰਮ ਬੈਸਟ ਐਟ ਵਾਟ ਦੇ ਆਰ ਡੂਇੰਗ, ਠੀਕ ਆ। ਤਾਂ ਆਪਾਂ ਕੀ ਉਸ ਤੋਂ ਬਾਅਦ ਕੀ ਆ, ਔਰਡਰ ਟੂ ਜਿਹੜਾ ਹੈਗਾ ਨਾ, ਇਨ ਔਰਡਰ ਟੂ ਇੱਕ ਕੰਪਲੈਕਸ ਫੋਰਮ ਆ, ਠੀਕ ਆ, ਸੈਂਟੈਂਸ ਦੀ। ਉਸ ਤੋਂ ਬਾਅਦ ਆਪਾਂ ਪੈਸਿਵ ਤੋਂ ਬਾਅਦ ਇੱਕ ਕੰਪਲੈਕਸ ਵੀ ਐਡ ਕਰ ਦਿੱਤਾ, ਠੀਕ ਆ, ਕਿ ਆਪਾਂ ਇਹ ਦੱਸ ਦਿੱਤਾ ਹੈਗਾ ਕਿ ਮਤਲਬ ਲਰਨਰਸ ਦਾ ਕੀ ਹੈ, ਏਮ ਹੋਣਾ ਚਾਹੀਦਾ ਪਰਫੋਰਮ ਬੈਸਟ ਐਟ ਵਾਟ ਦੇ ਆਰ ਡੂਇੰਗ, ਠੀਕ ਆ, ਕਿ ਉਹ ਪਰਫੋਰਮ ਬੈਸਟ ਕਰਨ। ਤਾਂ ਆਪਾਂ ਨੂੰ ਪਰਫੋਰਮ ਵਰਡ ਨਹੀਂ ਦਿੱਤਾ ਗਿਆ ਸਟੇਟਮੈਂਟ 'ਚ, ਆਪਾਂ ਆਪਣੇ ਵੱਲੋਂ ਐਡ ਕਰ ਦਿੱਤਾ, ਠੀਕ ਆ। ਤਾਂ ਉਸ ਤੋਂ ਬਾਅਦ ਕੀ ਆ, ਆਪਣੇ ਕੋਲ ਕਨੈਕਟਰ ਸੀਗਾ ਵਾਈਲ, ਠੀਕ ਆ, ਸਟੇਟਮੈਂਟ ਦੇ ਵਿੱਚ ਵਾਈਲ ਸੀ। ਹੁਣ ਆਪਾਂ ਉਹ ਨਹੀਂ ਯੂਜ਼ ਕਰਾਂਗੇ, ਆਪਾਂ ਕਨੈਕਟਰ ਹਾਊ ਐਵਰ ਯੂਜ਼ ਕਰ ਲਿਆ। ਤਾਂ ਮਤਲਬ ਪਤਾ ਲੱਗ ਗਿਆ ਹੁਣ ਐਗਜ਼ਾਮੀਨਰ ਨੂੰ, ਜਦੋਂ ਆਪਾਂ ਕਨੈਕਟਰ ਯੂਜ਼ ਕਰ ਲਿਆ, ਕਨੈਕਟਰ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੇ ਆ ਟਾਸਕ 1 ਔਰ ਟਾਸਕ 2 ਦੇ ਲਈ, ਠੀਕ ਆ। ਕਿਉਂਕਿ ਇੱਕ ਤਾਂ ਇੱਕ ਐਸੇ ਦੇ ਵਿੱਚ ਕਨੈਕਟੀਵਿਟੀ ਲੈ ਕੇ ਆਉਂਦੀ ਆ, ਇੱਕ ਪਤਾ ਚੱਲ ਜਾਂਦਾ ਹੈਗਾ ਵੀ ਮਤਲਬ ਕਿ ਕਨਫਿਊਜ਼ ਐਸੇ ਨਹੀਂ ਬਣਦਾ, ਠੀਕ ਹੈ। ਇੱਕ ਉਹ ਬਹੁਤ ਵਧੀਆ ਜਦੋਂ ਤੁਸੀਂ ਕਨੈਕਟਰ ਲਾਉਂਦੇ ਹੋ, ਪਤਾ ਚੱਲ ਜਾਂਦਾ ਕਿ ਇੱਥੋਂ ਆ ਗੱਲ ਅੱਗੇ ਜਾ ਰਹੀ ਹੈ ਜਾਂ ਫਿਰ ਉਲਟ ਹੋ ਰਹੀ ਹੈ, ਕਿਵੇਂ ਹੋ ਰਿਹਾ, ਸਾਰਾ ਪਤਾ ਚੱਲ ਜਾਂਦਾ ਕਨੈਕਟਰਸ ਤੋਂ, ਠੀਕ ਆ। ਬਟ ਸੂਟੇਬਲ ਕਨੈਕਟਰ ਹੋਵੇ, ਠੀਕ ਆ। ਇਹ ਨਹੀਂ ਹੈਗਾ ਜਿੱਦਾਂ ਹੁਣ ਇੱਥੇ ਹਾਊ ਐਵਰ ਸੀਗਾ, ਤੁਸੀਂ ਫਰਦਰ ਮੋਰ ਲਗਾ ਦਿਓ, ਠੀਕ ਆ, ਜਾਂ ਮੋਰ ਓਵਰ ਲਗਾ ਦਿਓ। ਉਹ ਆਪਾਂ ਜਦੋਂ ਲਾਈਨ ਨੂੰ ਐਲੈਬੋਰੇਟ ਕਰਨਾ ਜਾਂ ਅੱਗੇ ਲੈ ਕੇ ਜਾਣਾ ਉਸੇ ਗੱਲ ਨੂੰ, ਉਦੋਂ ਆਪਾਂ ਲਗਾਉਂਦੇ ਹੁੰਦੇ ਹਾਂ, ਠੀਕ ਆ। ਤਾਂ ਇਸ ਲਈ ਹੁਣ ਆਪਾਂ ਹਾਊ ਐਵਰ ਲਗਾ ਲਿਆ। ਉਸ ਤੋਂ ਬਾਅਦ ਕੀ ਆਪਾਂ ਕੀਤਾ, ਅਦਰ ਹੈਵ ਕਨਫਲਿਕਟਿੰਗ ਵਿਊਜ਼ ਐਂਡ ਓਪਾਈਨ ਦੈਟ। ਜਿਹੜੀ ਇਹ ਲਾਈਨਾਂ ਨੇ ਇਹ ਪੱਕੀ ਨੋਟ ਕਰ ਲਓ, ਠੀਕ ਆ। ਜੇ ਤੁਹਾਨੂੰ ਬੋਥ ਵਿਊਜ਼ ਦਾ ਐਸੇ ਆਉਂਦਾ ਐਗਜ਼ਾਮ ਦੇ ਵਿੱਚ, ਦੈਨ ਤੁਸੀਂ ਇੱਕ ਜਿਹੜਾ ਓਪੀਨੀਅਨ ਲਿਖ ਕੇ ਹੈ ਨਾ, ਪਹਿਲਾਂ ਸਟਾਰਟਿੰਗ ਦੇ ਵਿੱਚ ਪੈਸਿਵ ਕਰਕੇ, ਬਾਅਦ 'ਚ ਤੁਸੀਂ ਕੰਪਲੈਕਸ ਐਡ ਕਰਕੇ ਲਾਈਨ ਬਣਾਤੀ। ਜੋ ਤੁਸੀਂ ਦੂਸਰਾ ਜਿਹੜਾ ਮਤਲਬ ਕਿ ਓਪੀਨੀਅਨ ਕਰ ਦੇਣਾ ਹੈਗਾ, ਉਸ ਤੋਂ ਬਾਅਦ ਤੁਸੀਂ ਇੱਕ ਕਨੈਕਟਰ ਯੂਜ਼ ਕੀਤਾ, ਅਤੇ ਉਦੋਂ ਬਾਅਦ ਤੁਸੀਂ ਆਹ ਲਾਈਨ ਲਿਖਣੀ, ਅਦਰ ਹੈਵ ਕਨਫਲਿਕਟਿੰਗ ਵਿਊਜ਼ ਐਂਡ ਓਪਾਈਨ ਦੈਟ। ਅਤੇ ਆਪਾਂ ਕੀ ਕਿਹਾ, ਹਾਊ ਐਵਰ ਜਿਹੜੇ ਕੁਛ ਲੋਕ ਹੈਗੇ ਉਹਨਾਂ ਦਾ ਇਸ ਤੋਂ ਉਲਟ ਵਿਊ ਹੈਗਾ ਗਾ, ਠੀਕ ਆ। ਉਹ ਉਲਟ ਵਿਊ ਕੀ ਆ, ਓਪਾਈਨ ਦੈਟ ਮਤਲਬ ਕੀ ਮੰਨਦੇ ਆ, ਇਟ ਇਜ਼ ਨੋਟ ਕੰਪਲਸਰੀ ਹੈਵਿੰਗ ਅ ਗੋਲ ਟੂ ਗੈਟ ਸਮਥਿੰਗ। ਤਾਂ ਹੁਣ ਆਪਾਂ ਕੀ ਕਰਦੇ ਕਿ ਇਹ ਕੰਪਲਸਰੀ ਨਹੀਂ ਹੈਗਾ ਗਾ ਕਿ ਗੋਲ ਹੋਵੇ ਹੀ, ਜੇ ਕੋਈ ਚੀਜ਼ ਆਪਾਂ ਮਤਲਬ ਗੈਟ ਕਰਨਾ ਚਾਹੁੰਦੇ ਹਾਂ, ਠੀਕ ਆ। ਤਾਂ ਦੇਖੋ ਆਪਣੇ ਕੋਲ ਉੱਥੇ ਕੀ ਦੇਖਿਆ ਸੀ ਕਿ ਅਦਰ ਬਲੀਵ ਇਟ ਇਜ਼ ਨੋਟ ਨੈਸੈਸਰੀ ਫॉर ਦੈਮ, ਠੀਕ ਆ। ਤਾਂ ਆਪਾਂ ਨੂੰ ਇੰਨੀ ਲੈਣ ਦਿੰਦੇ ਸੀ ਕਿ ਉਹਨਾਂ ਕੋਲ ਨੈਸੈਸਰੀ ਨਹੀਂ, ਆਪਾਂ ਕੀ ਚੇਂਜ ਕਰ ਦਿੱਤਾ, ਕੰਪਲਸਰੀ ਨਹੀਂ ਉਹਨਾਂ ਲਈ, ਹੈਵਿੰਗ ਅ ਗੋਲ ਟੂ ਗੈਟ ਸਮਥਿੰਗ, ਠੀਕ ਆ। ਲਾਈਨ ਐਡ ਕੇ ਦੇਖੋ, ਹੁਣ ਤੁਸੀਂ ਰੀਫਰੇਜ਼ ਐਂਡ ਸਟੇਟਮੈਂਟ ਦੋਨੋਂ ਪੜ੍ਹ ਕੇ ਦੇਖੋ ਕਿ ਮੀਨਿੰਗ ਸੇਮ ਨਿਕਲ ਰਿਹਾ। ਜੋ ਗੱਲ ਉਹਨਾਂ ਨੇ ਸਟੇਟਮੈਂਟ ਦੇ ਵਿੱਚ ਕਹੀ ਸੀ, ਆਪਾਂ ਨੂੰ ਆਪਾਂ ਜਿਹੜੀ ਇੰਟਰੋ ਦੇ ਵਿੱਚ ਕਰ ਦਿੱਤੀ ਆ। ਹੁਣ ਆਪਣੀ ਰੀਫਰੇਜ਼ ਹੋ ਗਈ ਆ। ਹੁਣ ਆਪਣਾ ਜਿਹੜਾ ਟਾਈਮ ਹੈਗਾ ਗਾ ਥੀਸਿਸ ਲਾਈਨ ਦੇਣ ਦਾ। ਤਾਂ ਥੀਸਿਸ ਲਾਈਨ ਜਿਹੜੀ ਮੈਂ ਇਹ ਨੋਟ ਕਰ ਲਓ ਬੋਥ ਵਿਊਜ਼ ਦੇ ਐਸੇ ਲਈ, ਠੀਕ ਆ। ਆਈ ਵਿਲ ਡਿਸਕਸ ਦਾ ਬੋਥ ਵਿਊਜ਼ ਅਲੋਂਗ ਵਿਦ ਮਾਈ ਪਰਸਪੈਕਟਿਵ, ਠੀਕ ਆ। ਤਾਂ ਤੁਸੀਂ ਇਹ ਥੀਸਿਸ ਲਾਈਨ ਦੇਣੀ। ਕਾਫੀ ਸਟੂਡੈਂਟਸ ਜਿਹੜੇ ਇਹ ਕਰਦੇ ਹੈਗੇ, ਜਦੋਂ ਥੀਸਿਸ ਲਾਈਨ ਲਿਖਦੇ ਹੈਗੇ ਤਾਂ ਉਹ ਕਾਪੀ ਕੀ ਕਰਦੇ ਆ, ਜਿੱਦਾਂ ਹੁਣ ਮਤਲਬ ਕਿ ਆਪਾਂ ਯੂਟਿਊਬ ਪਲੇਟਫਾਰਮ ਦੀ ਗੱਲ ਕਰੀਏ ਤਾਂ ਕਾਫੀ ਜਿਹੜੇ ਹੈ ਨਾ ਮਤਲਬ ਕਿ ਆਪਾਂ ਨੂੰ ਮਿਲ ਜਾਂਦੇ ਕਿ ਥੀਸਿਸ ਲਾਈਨ ਹਰ ਇੱਕ ਐਸੇ ਦੇ ਲਈ। ਦੇਖੋ ਇੱਕ ਗੱਲ ਬਹੁਤ ਜ਼ਿਆਦਾ ਕਲੀਅਰ ਹੈਗੀ ਹੈ, ਜਿਹੜੀ ਤੁਹਾਡੀ 8 ਬੈਂਡ ਵਾਲੀ ਹੈ ਨਾ, 8 ਬੈਂਡ ਦੇ ਜਿਹੜੇ ਟਾਸਕ ਨਾਲ ਸੂਟੇਬਲ ਥੀਸਿਸ ਲਾਈਨ ਆ, ਉਹ ਤੁਹਾਡੀ 6 ਵਾਲੇ 'ਚ ਫਿੱਟ ਨਹੀਂ ਹੋਊਗੀ। ਇੱਦਾਂ ਹੋ ਸਕਦਾ ਕਿ 6 ਵਾਲੀ ਜਿਹੜੀ 8 ਵਾਲੀ 'ਚ ਫਿੱਟ ਹੋ ਜਾਵੇ, ਠੀਕ ਆ। ਬਟ ਜਿਹੜੀ 8 ਵਾਲੀ ਉਹ 6 ਵਾਲੀ, ਕਿਉਂਕਿ ਜਿਹੜੀ 8 ਵਾਲੀ ਹੋਊਗੀ ਉਹ 'ਚ ਤੁਸੀਂ ਜਿਹੜੀ ਬਹੁਤ ਰਿਚ ਵਕੈਬ ਯੂਜ਼ ਕੀਤੀ ਹੋਊਗੀ, ਠੀਕ ਆ। ਤਾਂ ਉਹ ਜੋ ਤੁਸੀਂ 6 ਵਾਲੇ 'ਚ ਲਾਓਗੇ ਤਾਂ ਐਗਜ਼ਾਮੀਨਰ ਨੂੰ ਪਤਾ ਚੱਲ ਜੂਗਾ ਕਿ ਰੱਟੇ ਵਾਲੀ ਆ। ਬਟ ਜੇ ਤੁਸੀਂ ਹੈ ਨਾ ਮਤਲਬ ਕਿ ਐਸੇ ਜਿਹੜਾ ਸਾਰਾ ਵਧੀਆ ਲਿਖਿਆ 8 ਵਾਲਾ ਲਿਖਿਆ, ਤੁਸੀਂ ਸਿੰਪਲ ਵੀ ਐਡ ਕਰ ਰਹੇ ਹੋ ਤਾਂ ਉਹ ਇੰਨਾ ਹੁੰਦਾ ਨਹੀਂ ਹੈਗਾ ਵੀ ਮਤਲਬ ਕਿ ਉਹ ਕਿਹੜਾ ਇੱਦਾਂ ਹੋ ਜਾਊਗਾ ਵੀ ਰੱਟਾ ਹੈਗਾ, ਠੀਕ ਆ। ਤਾਂ ਇਸ ਤਰੀਕੇ ਨਾਲ ਜਿਹੜੀ ਥੀਸਿਸ ਲਾਈਨ ਆ ਉਹ ਹਮੇਸ਼ਾ ਸਿੰਪਲ ਦੇਣ ਦੀ ਟਰਾਈ ਕਰਿਆ ਕਰੋ, ਕਿਉਂਕਿ ਬਹੁਤ ਰੇਅਰ ਸਟੂਡੈਂਟ ਆ ਜਿਹੜੇ 8+ ਜਿਹੜਾ ਟਾਸਕ ਲਿਖਦੇ ਹੈਗੇ ਆ। ਮਿਨੀਮਮ ਜਿਹੜੇ ਸਟੂਡੈਂਟ ਹੈਗੇ ਆ ਉਹ ਕੀ ਕਰਦੇ ਹੈਗੇ ਆ 6.5 ਤੱਕ ਹੀ ਲਿਖਦੇ ਆ, ਠੀਕ ਆ। ਤਾਂ ਇਸ ਲਈ ਤੁਸੀਂ ਜਿਹੜੀ ਥੀਸਿਸ ਲਾਈਨ ਆ ਟਰਾਈ ਕਰੋ ਸਿੰਪਲ। ਜੇ ਤੁਹਾਨੂੰ ਲੱਗਦਾ ਹੈਗਾ ਵੀ ਤੁਸੀਂ ਕਾਫੀ ਵਧੀਆ ਲਿਖਦੇ ਆ ਐਸੇ, ਤਾਂ ਫਿਰ ਤੁਸੀਂ ਜਿਹੜੀ ਵਧੀਆ ਰਿਚ ਵਕੈਬ ਵਾਲੀ ਥੀਸਿਸ ਲਾਈਨ ਜਿਹੜੀ ਯੂਜ਼ ਕਰ ਸਕਦੇ ਆ, ਠੀਕ ਆ। ਤਾਂ ਉਸ ਤੋਂ ਬਾਅਦ ਕੀ ਆਪਣੇ ਕੋਲੇ ਆਪਾਂ ਸਟਾਰਟ ਕਰਦੇ ਹਾਂ BP1, ਠੀਕ ਆ। BP1 ਦੇ ਲਈ ਹੁਣ ਆਪਾਂ ਨੂੰ ਕਨੈਕਟਰਸ ਚਾਹੀਦੇ ਆ। ਸਟਾਰਟਿੰਗ ਦੇ ਵਿੱਚ ਆਪਾਂ ਕਨੈਕਟਰ ਕੀ ਲਾਇਆ ਹੈਗਾ, ਟੂ ਇੰਬਾਰਕ ਔਨ, ਠੀਕ ਆ। ਤਾਂ ਇਹ ਹੁੰਦਾ ਸਟਾਰਟਿੰਗ ਦੇ ਲਈ। ਇੱਕ ਇਹਦੇ ਲਈ ਤੁਸੀਂ ਟੂ ਬਿਗਨ ਵਿਦ ਵੀ ਕਰ ਸਕਦੇ, ਦੋਨੋਂ ਕਨੈਕਟਰ ਨੋਟ ਕਰ ਲਓ BP1 ਦੀ। ਦੇਖੋ ਕਨੈਕਟਰ ਹਮੇਸ਼ਾ ਸੂਟੇਬਲ ਹੋਵੇ, ਇਹ ਨਹੀਂ ਹੈਗਾ ਕਿ ਹੁਣ ਜਦੋਂ ਆਪਾਂ ਸੈਕਿੰਡ ਲਈ ਫਰਦਰ ਮੋਰ ਲਗਾਵਾਂਗੇ, ਮੋਰ ਓਵਰ ਲਗਾਵਾਂਗੇ ਜਾਂ ਹਾਊ ਐਵਰ ਲਗਾਵਾਂਗੇ, ਵਾਈਲ, ਵੇਅਰ ਐਜ਼, ਤੁਸੀਂ ਉਹ ਸਟਾਰਟਿੰਗ ਦੇ ਵਿੱਚ ਲਾ ਲਓ। ਜੇ ਸਟਾਰਟਿੰਗ ਵਾਲਾ ਉਹ BP2 'ਚ ਨਹੀਂ ਲੱਗੂਗਾ, ਠੀਕ ਆ। ਜੇ ਹੁਣ ਟੂ ਇੰਬਾਰਕ ਆਉਣਾ BP1 'ਚ ਹੀ ਲੱਗੂਗਾ ਜਦੋਂ ਸਟਾਰਟ ਕਰੋਗੇ, ਠੀਕ ਆ। ਜੇ BP2 ਦੇ ਵਿੱਚ ਨਹੀਂ ਲੱਗੂਗਾ ਜਾਂ ਮਤਲਬ ਸੈਂਟਰ ਦੇ ਵਿੱਚ ਕਿਤੇ ਵੀ ਨਹੀਂ ਲੱਗੂਗਾ, ਸਟਾਰਟਿੰਗ ਦੇ ਵਿੱਚ ਹੀ ਲੱਗੂਗਾ, ਠੀਕ ਆ। ਤਾਂ ਉਦੋਂ ਬਾਅਦ ਆਪਾਂ ਕੀ ਕਰਨਾ ਹੁੰਦਾ, ਸਟਰਕਚਰ ਦੇ ਅਕੋਰਡਿੰਗ ਆਪਾਂ ਇੱਕ ਜਿਹੜੀ ਬੇਸਿਕ ਲਾਈਨ ਦੇਣੀ ਹੁੰਦੀ ਆ, ਉਹ ਕੀ ਆ, ਦੇਰ ਆਰ ਸੈਵਰਲ ਐਡਵਾਂਟੇਜਸ ਆਫ ਸੈਟਿੰਗ ਗੋਲਸ, ਠੀਕ ਆ। ਜੇ ਆਪਾਂ ਗੋਲ ਸੈੱਟ ਕਰਦੇ ਹਾਂ ਤਾਂ ਉਹਦੀਆਂ ਕੀ ਸੈਵਰਲ ਐਡਵਾਂਟੇਜਸ ਆ, ਠੀਕ ਆ। ਤਾਂ ਹੁਣ ਆਪਾਂ ਉਹ ਐਡਵਾਂਟੇਜਸ ਦੱਸਣੇ ਨੇ, ਕਿਉਂ ਜਿਹੜੇ ਲੋਕ ਕਹਿੰਦੇ ਹੈਗੇ ਆ ਵੀ ਮਤਲਬ ਕਿ ਹੋਣੇ ਚਾਹੀਦੇ ਆ।
ਇੱਕ ਗੱਲ ਬੋਥ ਵਿਊਜ਼ ਦੇ ਐਸੇ ਵਿੱਚ ਕਲੀਅਰ ਕਰਦਾ ਕਿ ਕਦੇ ਵੀ ਨੈਗੇਟਿਵ ਪੁਆਇੰਟ ਨਹੀਂ ਲਿਖੀਦਾ ਹੁੰਦਾ, ਠੀਕ ਆ। ਦੇਖੋ ਜੇ ਹੁਣ ਆਪਣੇ ਕੋਲੇ ਕੁਛ ਲੋਕ ਇਹ ਕਹਿੰਦੇ ਹੈਗੇ ਆ ਵੀ ਜਿਹੜਾ ਏਮ ਹੋਣਾ ਚਾਹੀਦਾ, ਉਹ ਕਿਉਂ ਸੋਚਦੇ ਇਹ ਗੱਲ ਵੀ ਮਤਲਬ ਕਿ ਬੱਚਿਆਂ ਕੋਲੇ ਏਮ ਹੋਣਾ ਚਾਹੀਦਾ ਤਾਂ ਜੋ ਉਹਨਾਂ ਦਾ ਬੈਟਰ ਹੋਵੇ, ਹੈ ਨਾ। ਜੇ ਉਹਨਾਂ ਨੂੰ ਪਤਾ ਹੋਵੇ ਵੀ ਮਤਲਬ ਕਿ ਨਹੀਂ ਇਹਦੇ ਨਾਲ ਏਮ ਦੇ ਨਾਲ ਕੁਛ ਗਲਤ ਹੋ ਜਾਊਗਾ, ਫਿਰ ਉਹ ਕਿਉਂ ਕਹਿਣਗੇ ਵੀ ਹਾਂ ਮਤਲਬ ਕਿ ਚਿਲਡਰਨ ਦਾ ਜਿਹੜਾ ਹੋਣਾ ਚਾਹੀਦਾ ਏਮ, ਹੈ ਨਾ। ਮਤਲਬ ਉਹ ਵੀ ਇੱਕ ਪੋਜ਼ੀਟਿਵ ਜਿਹੜੀ ਐਡਵਾਂਟੇਜ ਹੀ ਦੱਸਣੀ ਆਪਾਂ, ਕੀ ਐਡਵਾਂਟੇਜ ਆ ਏਮ ਹੋਣ ਦੀ ਤਾਂ ਨਾ ਹੋਣ ਦੀ ਵੀ ਕੀ ਜਿਹੜਾ ਹੈਗਾ, ਹੈ ਨਾ। ਵੀ ਜੇ ਆਪਣਾ ਮਤਲਬ ਕਿ ਏਮ ਹੁੰਦਾ ਵਾ ਤਾਂ ਉਹਦਾ ਨੁਕਸਾਨ ਕੀ ਹੈਗਾ, ਤਾਂ ਉਹ ਇਸ ਤਰੀਕੇ ਨਾਲ ਜਿਹੜਾ ਲਿਖਣਾ ਹੁੰਦਾ। ਜਿੱਦਾਂ ਹੁਣ ਆਪਾਂ ਪਹਿਲੇ ਦੇ ਵਿੱਚ ਇਹ ਦੱਸ ਰਹੇ ਹੈਗੇ ਆ ਕਿ ਐਡਵਾਂਟੇਜਸ ਕੀ ਹੈਗੀਆਂ ਜਿਹੜੀਆਂ ਹੋਣ ਦਾ ਗੋਲ, ਠੀਕ ਆ। ਤਾਂ ਹੁਣ ਆਪਾਂ ਸਟਾਰਟ ਕਰਦੇ ਹਾਂ। ਉਦੋਂ ਬਾਅਦ ਆਪਾਂ ਜਦੋਂ ਬੇਸਿਕ ਲਾਈਨ ਲਿਖਤੀ ਕਿ ਕਾਫੀ ਐਡਵਾਂਟੇਜਸ ਹੈਗੀਆਂ ਆ, ਤਾਂ ਉਸ ਤੋਂ ਬਾਅਦ ਆਪਾਂ ਇੱਕ ਜਿਹੜਾ ਹੁਣ ਟਾਸਕ ਸਟੇਟਮੈਂਟ ਦੇਣੀ ਆ, ਉਹਦੇ ਲਈ ਵੀ ਤੁਹਾਨੂੰ ਇੱਕ ਕਨੈਕਟਰ ਚਾਹੀਦਾ। ਉਹਦੇ ਲਈ ਤੁਸੀਂ ਯੂਜ਼ ਕਰ ਲਓ ਫਰਸਟ ਐਂਡ ਫੋਰਮੋਸਟ, ਠੀਕ ਆ। is trying to gain the best goal can substantially help youngster to become more independent and progressive people, ਠੀਕ ਆ। ਤਾਂ ਟਾਸਕ ਸਟੇਟਮੈਂਟ ਦੇ ਵਿੱਚ ਤੁਸੀਂ ਕੀ ਦੱਸਦਾ ਕਿ ਜਦੋਂ ਗੋਲ ਹੁੰਦਾ ਉਹ ਕੀ ਕਰਦਾ ਹੈਗਾ, ਹੈਲਪ ਕਰਦਾ ਹੈਗਾ ਸਟੂਡੈਂਟਸ ਦੀ ਕਿ ਉਹ ਇੰਡੀਪੈਂਡੈਂਟ ਹੋ ਜਾਂਦੇ ਐਂਡ ਪ੍ਰੋਗਰੈਸਿਵ ਬਣ ਜਾਂਦੇ ਹੈਗੇ ਆ, ਠੀਕ ਆ। ਇਹ ਆਪਾਂ ਟਾਸਕ ਸਟੇਟਮੈਂਟ ਦੇਤੀ। ਹੁਣ ਤੁਸੀਂ ਕਿ ਇਹਨੂੰ ਐਲੈਬੋਰੇਟ ਕਰਨਾ ਕਿ ਕਿੱਦਾਂ ਇਹ ਵਰਕ ਕਿੱਦਾਂ ਕਰ ਰਿਹਾ, ਠੀਕ ਆ। ਉਸ ਤੋਂ ਬਾਅਦ ਤੁਸੀਂ ਫਿਰ ਇੱਕ ਕਨੈਕਟਰ ਯੂਜ਼ ਕੀਤਾ ਟੂ ਐਲੈਬੋਰੇਟ ਇਟ, ਠੀਕ ਆ। ਵੀ ਮੈਂ ਇਹਨੂੰ ਐਲੈਬੋਰੇਟ ਕਰਨ ਜਾ ਰਿਹਾ। ਹੁਣ ਐਗਜ਼ਾਮੀਨਰ ਨੂੰ ਬਿਲਕੁਲ ਕਲੀਅਰ ਹੋ ਰਹੀ ਹੈ ਤੁਹਾਡੀ ਇਕੱਲੀ ਗੱਲ ਕਿ ਤੁਸੀਂ ਜਦੋਂ ਟੂ ਐਮਬਾਰਕ ਔਨ ਲਿਖਿਆ ਸੀ, ਉਸ ਤੋਂ ਬਾਅਦ ਤੁਸੀਂ ਇੱਕ ਬੇਸਿਕ ਲਾਈਨ ਐਡ ਕਰੀ ਆ, ਮਤਲਬ ਤੁਹਾਡੀ ਉਹ ਐਸੇ ਦਾ ਕੋਈ ਟਾਸਕ ਸਟੇਟਮੈਂਟ ਨਹੀਂ, ਠੀਕ ਆ। ਉਸ ਤੋਂ ਬਾਅਦ ਜੇ ਤੁਸੀਂ ਫਸਟ ਐਂਡ ਫੋਰਮੋਸਟ ਲਿਖਤਾ, ਐਗਜ਼ਾਮੀਨਰ ਨੂੰ ਫਿਰ ਪਤਾ ਚੱਲ ਗਿਆ ਹੁਣ ਟਾਸਕ ਸਟੇਟਮੈਂਟ ਲਿਖਣ ਜਾ ਰਿਹਾ ਬੱਚਾ। ਜਦੋਂ ਤੁਸੀਂ ਐਲੈਬੋਰੇਟ ਕਰ ਲਿਖਿਆ ਜਾਂ ਟੂ ਐਕਸਪਲੇਨ ਇਟ ਲਿਖਿਆ, ਪਤਾ ਲੱਗ ਗਿਆ ਕਿ ਇਹੀ ਆਈਡੀਆ ਉਹਨੂੰ ਹੀ ਐਕਸਪਲੇਨ ਕੀਤਾ ਹੈਗਾ, ਠੀਕ ਆ। ਤਾਂ ਆਪਣੇ ਕੋਲ ਕੀ ਹੈਗਾ, ਚਿਲਡਰਨ ਵਿਦ ਦ ਸਟਰੋਂਗ ਡਿਜ਼ਾਇਰ ਫॉर ਸਕਸੈਸ, ਠੀਕ ਹੈ। ਜਿਹੜੇ ਸਟੂਡੈਂਟਸ ਹੁੰਦੇ ਆ ਜਿਨ੍ਹਾਂ ਕੋਲ ਸਟਰੋਂਗ ਡਿਜ਼ਾਇਰ ਹੁੰਦੀ, ਇੱਛਾ ਹੁੰਦੀ ਹੈ ਸਕਸੈਸ ਲਈ, ਠੀਕ ਆ। ਵਿਲ ਬੀ ਗ੍ਰੇਟ ਪਰਸਨ, ਠੀਕ ਆ। ਉਹ ਕੀ ਹੁੰਦੀ ਆ, ਗ੍ਰੇਟ ਪਰਸਨ ਹੁੰਦੀ ਆ ਐਜ਼ ਕੰਪੇਅਰ ਟੂ ਅਦਰ, ਠੀਕ ਆ। ਮਤਲਬ ਹੁਣ ਕੰਪੈਰੀਜ਼ਨ ਕੀਤਾ ਕਿ ਉਹਨਾਂ ਮਤਲਬ ਹੋਰਾਂ ਨਾਲੋਂ ਉਹ ਜ਼ਿਆਦਾ ਜਿਹੜੇ ਮਤਲਬ ਕਿ ਵਧੀਆ ਹੁੰਦੇ ਆ, ਠੀਕ ਹੈ, ਜਿਨ੍ਹਾਂ ਦੀ ਜਿਹੜੀ ਸਕਸੈਸ ਦੀ ਡਿਜ਼ਾਇਰ ਹੁੰਦੀ ਹੈ ਸਟਰੋਂਗ, ਠੀਕ ਆ। ਤਾਂ ਹੁਣ ਆਪਾਂ ਕੀ ਕੀਤਾ, ਐਜ਼ ਕੰਪੇਅਰ ਟੂ ਜਿਹੜਾ ਆਪਣੇ ਕੋਲੇ ਕੰਪਲੈਕਸ ਸੈਂਟੈਂਸ ਆ, ਆਪਾਂ ਇੱਕ ਕੰਪਲੈਕਸ ਸੈਂਟੈਂਸ BP1 'ਚ ਵੀ ਐਡ ਕਰ ਦਿੱਤਾ, ਠੀਕ ਆ, ਕਿਉਂਕਿ ਆਪਾਂ ਇੰਟਰੋ 'ਚ ਤਾਂ ਕਰਕੇ ਹੀ ਆਏ ਸੀਗੇ। ਤਾਂ ਹੁਣ ਆਪਾਂ ਲਿਖਤਾ ਐਜ਼ ਕੰਪੇਅਰ ਟੂ ਅਦਰ ਬਿਕੋਜ਼ ਦੇ ਆਲਵੇਜ਼ ਏਮ ਫॉर ਦ ਗ੍ਰੇਟੈਸਟ ਥਿੰਗ। ਕਿਉਂਕਿ ਉਹਨਾਂ ਕੋਲੇ ਹਮੇਸ਼ਾ ਜਿਹੜਾ ਇੱਕ ਵਧੀਆ ਮਤਲਬ ਕਿ ਹੁੰਦਾ ਕਿ ਉਹ ਗ੍ਰੇਟੈਸਟ ਥਿੰਗਸ ਜਿਹੜੀਆਂ, ਕਿਉਂਕਿ ਹੁਣ ਜੇ ਏਮ ਹੋਊਗਾ ਤਾਂ ਹੁਣ ਦੇਖੋ ਆਪਣੇ ਕੋਲੇ ਕੋਈ ਏਮ ਆ, ਆਪਾਂ ਹਮੇਸ਼ਾ ਇਹੀ ਚਾਹਾਂਗੇ ਕਿ ਬਹੁਤ ਵੱਡਾ ਮਤਲਬ ਕਿ ਵਧੀਆ ਚੀਜ਼ ਦਾ ਏਮ ਰੱਖਾਂਗੇ, ਕਿਸੇ ਮਾੜੀ ਚੀਜ਼ ਦਾ ਏਮ ਕੋਈ ਨਹੀਂ ਰੱਖਦਾ, ਠੀਕ ਆ। ਤਾਂ ਇਸ ਲਈ ਆਪਾਂ ਦੱਸਦਾ ਕਿ ਉਹ ਗ੍ਰੇਟੈਸਟ ਥਿੰਗਸ ਦੇ ਲਈ ਹੀ ਆਪਣਾ ਜਿਹੜਾ ਏਮ ਮਤਲਬ ਕਿ ਰੱਖਦੇ ਹੈਗੇ, ਗੋਲ ਸੈੱਟ ਕਰਦੇ ਆਪਣਾ। ਉਸ ਤੋਂ ਬਾਅਦ ਤੁਸੀਂ ਇੱਕ ਕਨੈਕਟਰ ਯੂਜ਼ ਕੀਤਾ ਐਗਜ਼ਾਮਪਲ ਦੇ ਲਈ। ਤੁਸੀਂ ਕੀ ਲਿਖਿਆ, ਵਨ ਕਲੀਅਰ ਐਗਜ਼ਾਮਪਲ ਇਜ਼, ਠੀਕ ਆ। ਤਾਂ ਉਹ ਜਿਹੜੀ ਤੁਸੀਂ ਇੱਕ ਕਲੀਅਰ ਐਗਜ਼ਾਮਪਲ ਦੇਣ ਜਾ ਰਹੇ ਹੈਗੇ ਆ, ਤਾਂ ਇੱਕ ਬਸ ਐਗਜ਼ਾਮਪਲ 'ਚ ਇਹੀ ਗੱਲ ਧਿਆਨ ਰੱਖਣਾ, ਤੁਸੀਂ ਕੋਈ ਵੀ ਝੂਠਾ ਸਰਵੇ ਵੀ ਪਾ ਸਕਦੇ ਆ, ਮਤਲਬ ਜਿਹਦਾ ਕੁਛ ਵੀ ਲੈਣਾ ਦੇਣਾ ਨਹੀਂ ਹੈਗਾ ਉਹ ਵੀ ਸਰਵੇ ਐਡ ਕਰ ਸਕਦੇ ਆ, ਬਟ ਜਿਹੜੀ ਤੁਹਾਡੀ ਮਤਲਬ ਕਿ ਐਗਜ਼ਾਮਪਲ ਹੈਗੀ ਉਹ ਪਰਸਨਲ ਨਾ ਹੋਵੇ, ਠੀਕ ਹੈ। ਇਹ ਨਹੀਂ ਹੈਗਾ ਕਿ ਆਪਾਂ ਆਪਣੀ ਪਾ ਦਿੱਤੀ ਹੈ ਨਾ, ਜਾਂ ਕਿਸੇ ਆਪਣੇ ਫਰੈਂਡ ਦੀ ਪਾ ਦਿੱਤੀ, ਇੱਦਾਂ ਨਹੀਂ ਕਰਨਾ ਗਾ। ਵਰਡ ਵਾਈਡ ਕੋਸ਼ਿਸ਼ ਕਰੋ, ਠੀਕ ਹੈ। ਜੇ ਹੁਣ ਆਪਣਾ ਐਸੇ ਹੈਗਾ ਲਾਈਕ ਆਪਣਾ ਐਸੇ ਹੈਲਥ 'ਤੇ ਆ, ਤੁਸੀਂ ਮਤਲਬ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਕੋਈ ਇਹ ਪਾ ਦਿਓ ਆਪਣੇ ਵੱਲੋਂ ਵੀ ਇਸ ਮਤਲਬ ਈਅਰ ਦੇ ਵਿੱਚ ਹੋਇਆ ਸੀਗਾ। ਜੇ ਕੋਈ ਆਪਣਾ ਇਨਵਾਇਰਮੈਂਟ 'ਤੇ ਆ, ਤੁਸੀਂ ਇਨਵਾਇਰਮੈਂਟ ਡਿਪਾਰਟਮੈਂਟ ਪਾ ਦਿਓ। ਜੇ ਤੁਹਾਨੂੰ ਲੱਗਦਾ ਕਿ ਕਿਸੇ ਨਾਲ ਵੀ ਜਿਵੇਂ ਅੱਜ ਦਾ ਐਸੇ ਉਹ ਕਿਸੇ ਚੀਜ਼ ਦੇ ਨਾਲ ਨਹੀਂ ਹੈਗਾ ਨਾ, ਤਾਂ ਤੁਸੀਂ ਕੁਝ ਵੀ ਨਿਊਜ਼ ਚੈਨਲ ਪਾ ਦਿਓ, ਜਿੱਦਾਂ BBC ਨਿਊਜ਼ ਚੈਨਲ ਤੁਸੀਂ ਦੱਸ ਦਿਓ ਕਿ ਇਹਦੇ ਦੁਆਰਾ ਜਿਹੜਾ ਸਰਵੇ ਹੋਇਆ ਸੀਗਾ, ਠੀਕ ਆ। ਆਪਾਂ ਲਿਖਤਾ ਵਨ ਕਲੀਅਰ ਐਗਜ਼ਾਮਪਲ, ਇਹਦੇ ਲਈ ਤੁਸੀਂ ਫॉर ਇੰਸਟੈਂਸ ਵੀ ਕਰ ਸਕਦੇ ਆ, ਫॉर ਐਗਜ਼ਾਮਪਲ ਵੀ ਕਰ ਸਕਦੇ ਆ ਕਨੈਕਟਰ ਲਈ, ਠੀਕ ਆ। ਅ ਸਰਵੇ ਵਾਜ਼ ਕੰਡਕਟਡ ਬਾਈ BBC ਨਿਊਜ਼ ਚੈਨਲ, ਠੀਕ ਆ। ਇੱਕ ਸਰਵੇ ਆ ਜਿਹੜਾ ਕੰਡਕਟਡ ਹੋਇਆ BBC ਨਿਊਜ਼ ਚੈਨਲ। ਹੁਣ ਦੇਖੋ ਪੈਸਿਵ ਫਾਰਮ 'ਚ ਸੈਂਟੈਂਸ ਐਡ ਕਰ ਦਿੱਤਾ ਆਪਾਂ, ਅ ਸਰਵੇ ਵਾਜ਼ ਕੰਡਕਟਡ ਬਾਈ BBC ਨਿਊਜ਼ ਚੈਨਲ, ਆਪਣਾ ਇੱਕ ਪੈਸਿਵ ਫਾਰਮ ਹੋ ਗਈ, ਠੀਕ ਆ। ਤਾਂ ਪੈਸਿਵ ਫਾਰਮ ਆਪਾਂ ਇੱਥੇ ਐਡ ਕਰ ਦਿੱਤੀ। ਨਿਊਜ਼ ਚੈਨਲ ਫਾਊਂਡ ਦੈਟ, ਕੀ ਫਾਊਂਡ ਕੀਤਾ ਕਿ 50% ਪੀਪਲ ਗੈਟ ਸਕਸੈਸ ਬਾਈ ਸੈਟਿੰਗ ਗੋਲਸ, ਜਿਹੜੇ ਮਤਲਬ ਕਿ ਹਾਫ, ਠੀਕ ਆ, 50% ਜਿਹੜੇ ਲੋਕ ਹੈਗੇ ਆ ਉਹ ਕੀ ਕਰਦੇ ਆ, ਉਹ ਸਕਸੈਸ ਕਾਹਦੀ ਹੈਲਪ ਦੇ ਨਾਲ ਲੈਂਦੇ, ਜਦੋਂ ਗੋਲ ਸੈੱਟ ਕਰਦੇ ਆ। ਲਾਈਕ ਕਿਸੇ ਪਰਸਨ ਨੇ ਜਿਹੜਾ ਗੋਲ ਸੈੱਟ ਕੀਤਾ ਉਹਦਾ ਫੋਕਸ ਉੱਤੇ ਰਹਿੰਦਾ ਹੈਗਾ ਵੀ ਹੈ ਨਾ ਮੈਂ ਇਹ ਕਰਨਾ ਤੇ ਮਤਲਬ 50% ਜਿਹੜੇ ਲੋਕ ਇੱਦਾਂ ਦੇ ਹੈਗੇ ਉਹ ਅਚੀਵ ਕਰ ਲੈਂਦੇ ਆ ਜੋ ਸੋਚਦੇ ਆ, ਠੀਕ ਆ। ਤਾਂ ਆਪਾਂ ਇਹ ਸਰਵੇ ਦੇ ਵਿੱਚ ਇਹ ਗੱਲ ਦੱਸ ਦਿੱਤੀ। ਉਸ ਤੋਂ ਬਾਅਦ ਕੀ ਆ, ਹੁਣ ਆਪਾਂ ਰਿਜ਼ਲਟ ਦੇਣਾ। ਰਿਜ਼ਲਟ ਦੇ ਲਈ ਤੁਸੀਂ ਕੋਈ ਵੀ ਕਨੈਕਟਰ ਯੂਜ਼ ਕਰ ਦਿਓ, ਲਾਈਕ ਐਜ਼ ਆ ਰਿਜ਼ਲਟ, ਠੀਕ ਆ, ਦੇਅਰ ਫੋਰ, ਹੈਂਸ, ਠੀਕ ਆ। ਤਾਂ ਆਪਾਂ ਇੱਥੇ ਦੇਅਰ ਫੋਰ ਕਰ ਲਿਆ, ਠੀਕ ਆ। ਇਟ ਵੁੱਡ ਬੀ ਬੈਨੀਫੀਸ਼ੀਅਲ, ਹੁਣ ਇਹ ਕੀ ਹੈ, ਜਿਹੜਾ ਰਿਜ਼ਲਟ 'ਚ ਤੁਸੀਂ ਇੱਕ ਲਾਈਨ ਸਿੰਪਲੀ ਦੱਸਣਾ, ਜੋ ਤੁਸੀਂ BP1 'ਚ ਲਿਖਿਆ ਉਹਦਾ ਨਿਚੋੜ ਦੱਸਣਾ, ਠੀਕ ਹੈ। ਰਿਜ਼ਲਟ 'ਚ ਇਟ ਵੁੱਡ ਬੀ ਬੈਨੀਫੀਸ਼ੀਅਲ ਫॉर ਸਟੂਡੈਂਟ ਟੂ ਗੈਟ ਹਾਇਰ ਪੋਜੀਸ਼ਨ ਇਨ ਦੇਅਰ ਲਾਈਫ, ਕੀ ਆ ਇਹ ਜਿਹੜਾ ਹੈਲਪਫੁਲ ਹੋਊਗਾ ਕਿ ਉਹ ਵਧੀਆ ਪੋਜੀਸ਼ਨ ਜਿਹੜੀ ਆਪਣੀ ਲਾਈਫ ਦੇ ਵਿੱਚ ਲੈਣ।
ਤਾਂ ਇਹ ਹੋ ਗਿਆ ਆਪਣਾ ਜਿਹੜੀ ਐਡਵਾਂਟੇजेस, ਜਾਣੀ ਕਿ ਪਹਿਲਾ ਵਿਊ, ਠੀਕ ਆ, ਐਕਸਪਲੇਨ ਕਰ ਦਿੱਤਾ ਆਪਾਂ। ਜਿਹੜੇ ਕਾਫੀ ਸਟੂਡੈਂਟ ਕੀ ਕਰਦੇ ਆ, BP1 ਦੇ ਵਿੱਚ 2 ਆਈਡੀਆਜ਼, ਜਿਹੜੇ 2 ਟਾਸਕ ਸਟੇਟਮੈਂਟਸ ਜਿਹੜੇ ਐਕਸਪਲੇਨ ਕਰਦੇ ਹੈਗੇ ਆ, ਠੀਕ ਆ, ਤੁਸੀਂ ਕਰ ਸਕਦੇ ਆ, ਗਲਤ ਕੁਛ ਨਹੀਂ ਹੈਗਾ ਗਾ, ਬਟ ਟਰਾਈ ਕਰਿਆ ਕਰੋ ਦੋਨਾਂ ਨੂੰ ਇਲੈਬੋਰੇਟ ਕਰੋ। ਪਰ ਮੈਨੂੰ ਇੱਦਾਂ ਲੱਗਦਾ ਕਿ ਜੇ ਆਪਾਂ ਦੋਨੋਂ ਚੰਗੀ ਤਰ੍ਹਾਂ ਇਲੈਬੋਰੇਟ ਕਰਕੇ, ਜਿੱਦਾਂ ਹੁਣ ਆਪਾਂ ਇਹ ਕੀਤਾ ਐਗਜ਼ਾਮਪਲ ਵਿਦ ਹੈ ਨਾ ਰਿਜ਼ਲਟ, ਆਪਾਂ ਟਾਸਕ ਸਟੇਟਮੈਂਟ ਦਿੱਤੀ, ਫਿਰ ਇਲੈਬੋਰੇਟ ਕੀਤਾ, ਤੇ ਜੇ ਆਪਾਂ ਇੰਨਾ ਸਾਰਾ ਕੁਛ ਫੋਲੋ ਕਰਾਂਗੇ ਤਾਂ ਉਹ ਆਪਣੀ ਜਿਹੜੀ ਲੈਂਥ ਓਵਰ ਹੋ ਜਾਊਗੀ, ਠੀਕ ਆ। ਤੇ ਜੇ ਆਪਾਂ ਇਹਨੂੰ ਕਰਦੇ ਹੈਗੇ ਆ, ਜੇ ਤੁਸੀਂ 2 ਆਈਡੀਏ ਐਡ ਕਰਨੇ ਹੈਗੇ ਆ ਮਤਲਬ BP1 ਦੇ ਵਿੱਚ, ਫਿਰ ਤੁਸੀਂ ਕੀ ਕਰ ਸਕਦੇ ਹੈਗੇ, ਲਾਈਕ ਹੁਣ ਤੁਸੀਂ ਸੈਕਿੰਡ ਐਡਵਾਂਟੇਜ ਵੀ ਦੱਸਣੀ ਹੋਵੇ ਹੈ ਨਾ, ਤਾਂ ਫਿਰ ਤੁਸੀਂ ਇਹ ਕਰਨਾ ਗਾ, ਇੱਕ ਨੂੰ ਚੰਗੀ ਤਰ੍ਹਾਂ ਐਕਸਪਲੇਨ ਕਰ ਦੇਣਾ ਇੱਥੋਂ ਤੱਕ, ਜਿੱਦਾਂ ਹੁਣ ਆਪਣੇ ਕੋਲ ਪੋਜੀਸ਼ਨ ਇਨ ਦੇਅਰ ਲਾਈਫ ਤੱਕ ਹੋ ਗਿਆ ਹੈ ਨਾ, ਤਾਂ ਉਸ ਤੋਂ ਬਾਅਦ ਤੁਸੀਂ ਇਨ ਐਡੀਸ਼ਨ ਜਾਂ ਫਿਰ ਤੁਸੀਂ ਅਪਾਰਟ ਫਰੋਮ ਦਿਸ, ਠੀਕ ਆ, ਇਹ 2 ਕਰੈਕਟਰ ਹੈਗੇ ਆ, ਤਾਂ ਇਹ ਯੂਜ਼ ਕਰਕੇ ਤੁਸੀਂ ਆਪਣਾ ਜਿਹੜਾ ਸੈਕਿੰਡ ਆਈਡੀਆ ਐਕਸਪਲੇਨ ਕਰ ਸਕਦੇ। ਉਹਨੂੰ ਇੰਨਾ ਚੰਗੀ ਤਰ੍ਹਾਂ ਨਹੀਂ ਐਕਸਪਲੇਨ ਕਰਨਾ, ਕਿਉਂਕਿ ਜੇ ਤੁਸੀਂ ਉਹ ਜ਼ਿਆਦਾ ਕਰੋਗੇ ਤਾਂ ਫਿਰ ਲੈਂਥ ਓਵਰ ਹੋ ਜੂਗੀ, ਤਾਂ ਉਹਨੂੰ ਸਿੰਪਲੀ 1-2 ਲਾਈਨ ਦੇ ਵਿੱਚ ਜਿਹੜਾ ਕਰ ਦਿਓ ਐਂਡ, ਠੀਕ ਹੈ। ਤੇ ਪਰ ਇੱਕ ਚੰਗੀ ਤਰ੍ਹਾਂ ਇਲੈਬੋਰੇਟ ਕਰੋ, 2 ਐਡ ਕਰਨ ਨਾਲੋਂ ਚੰਗਾ ਇਹੀ ਹੈ ਕਿ ਤੁਸੀਂ ਇੱਕ ਚੰਗੀ ਤਰ੍ਹਾਂ ਇਲੈਬੋਰੇਟ ਕਰ ਲਓ, ਮਤਲਬ ਪੂਰਾ ਵਧੀਆ ਲਿਖਿਆ ਹੋਣਾ ਚਾਹੀਦਾ ਕਿ ਐਗਜ਼ਾਮੀਨਰ ਨੂੰ ਕੋਈ ਕਨਫਿਊਜ਼ਨ ਨਾ ਹੋਵੇ, ਜੋ ਤੁਸੀਂ ਗੱਲ ਕਹਿਣਾ ਚਾਹੁੰਦੇ ਹੋ ਉਹ ਸਮਝ ਆ ਜਾਵੇ, ਠੀਕ ਆ, ਤਾਂ ਉਹ ਇਨਫ ਹੈਗਾ ਗਾ। ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਹੁਣ BP2 ਦੀ, ਠੀਕ ਆ। BP2 'ਚ ਫਿਰ ਸਟੈਪ ਉਹੀ ਫੋਲੋ ਕਰ ਰਹੇ ਹਾਂ, ਬਟ ਆਪਣਾ ਜਿਹੜਾ ਕੀ ਕਨੈਕਟਰਸ ਵਗੈਰਾ ਚੇਂਜ ਹੋ ਜਾਣਗੇ। ਹੁਣ ਆਪਾਂ ਕੀ ਲਿਖਿਆ, ਪਹਿਲਾ ਕਨੈਕਟਰ ਆਪਾਂ ਜਿਹੜੀ ਲਾਈਨ ਲਿਖੀ ਹੈ, ਸ਼ਿਫਟਿੰਗ ਟੂਵਰਡਸ ਦਾ ਅਨਦਰ ਵਿਊ ਪੁਆਇੰਟ ਆਫ ਪੀਪਲ, ਕੀ ਕਰ ਰਹੇ ਹਾਂ ਕਿ ਸ਼ਿਫਟ ਕਰ ਰਹੇ ਹਾਂ ਜਿਹੜਾ ਅਨਦਰ ਵਿਊ ਪੁਆਇੰਟ ਆ ਪੀਪਲ ਦਾ, ਠੀਕ ਆ। ਸਮ ਇੰਡੀਵਿਜੂਅਲ ਥਿੰਕ ਦੈਟ, ਠੀਕ ਆ, ਕੀ ਸੋਚਦੇ ਆ ਕਿ ਚਿਲਡਰਨ ਆਰ ਨੋਟ ਨੀਡਡ ਟੂ ਮੇਕ ਦਾ ਏਮ ਫॉर एवरीथिंग, ਕਾਹ ਤੋਂ ਨਹੀਂ ਹੋਣ, ਆਪਾਂ ਰੀਜ਼ਨ ਦੱਸ ਰਹੇ ਹਾਂ, ਠੀਕ ਹੈ। ਇਹ ਤਾਂ ਹੋ ਗਈ ਆਪਣੀ ਬੇਸਿਕ ਲਾਈਨ ਐਵਰੀਥਿੰਗ ਤੱਕ, ਠੀਕ ਆ। ਤਾਂ ਉਸ ਤੋਂ ਬਾਅਦ ਆਪਾਂ ਟਾਸਕ ਸਟੇਟਮੈਂਟ ਦੱਸ ਰਹੇ ਹਾਂ। ਟਾਸਕ ਸਟੇਟਮੈਂਟ ਮੇਨ ਆਈਡੀਆ ਕੀ ਆਪਾਂ ਡਿਸਕਸ ਕਰਨ ਜਾ ਰਹੇ ਹਾਂ, ਬਿਕੋਜ਼ ਇਟ ਇਜ਼ ਸਮ ਟਾਈਮ ਲਾਈਕ ਅ ਬਰਡਨ ਫॉर ਲਰਨਰਸ। ਕਿਉਂ ਲੋਕੀ ਕਹਿੰਦੇ ਆ ਕਿ ਇਹਨੂੰ ਅਵੋਇਡ ਕਰਨਾ ਚਾਹੀਦਾ ਹੈਗਾ ਇਹ ਗੋਲ ਸੈੱਟ ਕਰਨ ਨੂੰ, ਕਿਉਂਕਿ ਇਹ ਸਮ ਟਾਈਮ ਕੀ ਆ ਬਰਡਨ ਬਣ ਜਾਂਦਾ, ਠੀਕ ਆ। ਤਾਂ ਉਦੋਂ ਬਾਅਦ ਹੁਣ ਆਪਾਂ ਇਹਨੂੰ ਐਕਸਪਲੇਨ ਕਰ ਦਿੱਤਾ ਕਿ ਕਿਉਂ ਐਕਸਪਲੇਨ ਬਣ ਜਾਂਦਾ, ਕਿਉਂ ਜਿਹੜਾ ਬਰਡਨ ਬਣ ਜਾਂਦਾ। ਟੂ ਐਕਸਪਲੇਨ ਇਟ, ਇਫ ਸਟੂਡੈਂਟਸ ਹੈਵ ਵਿਸ਼ ਫॉर ਥਿੰਗਸ, ਜੇ ਉਹਨਾਂ ਕੋਲ ਇੱਛਾ ਹੋਊਗੀ ਮਤਲਬ ਕਿ ਚੀਜ਼ਾਂ ਦੇ ਲਈ, ਦੈਨ ਦੇ ਹੈਵ ਟੂ ਡੂ ਮਚ ਐਜ਼ ਦੇ ਹੈਵ ਨੋਰਮਲੀ ਨੀਡ, ਠੀਕ ਆ। ਤਾਂ ਉਹਨਾਂ ਨੂੰ ਜ਼ਿਆਦਾ ਜਾਣੀ ਕਿ ਹਾਰਡ ਵਰਕ ਕਰਨਾ ਪਊਗਾ ਜਿੰਨਾ ਉਹ ਨੋਰਮਲੀ ਉਹਨਾਂ ਨੂੰ ਜ਼ਰੂਰਤ ਹੈਗੀ ਹੈ, ਠੀਕ ਆ। ਲਾਈਕ ਜੇ ਆਪਾਂ ਕੋਈ ਚੀਜ਼ ਆ ਆਪਾਂ ਉਹਨੂੰ ਰੱਖ ਲਿਆ ਕਿ ਇਹ ਆਪਣਾ ਏਮ ਹੈਗਾ, ਤਾਂ ਆਪਾਂ ਅਫਕੋਰਸ ਉਹਨੂੰ ਪਾਉਣ ਦੇ ਲਈ ਜ਼ਿਆਦਾ ਜਿਹੜਾ ਹਾਰਡ ਵਰਕ ਕਰਨਾ ਪਊਗਾ। ਤਾਂ ਇਸ ਤਰੀਕੇ ਨਾਲ ਆਪਾਂ ਉਹ ਗੱਲ ਸਮਝਾਈ। ਇਟ ਇਜ਼ ਨੋਟ ਓਨਲੀ ਲੀਡਸ ਅ ਸਟਰੈਸਫੁਲ ਲਾਈਫ, ਠੀਕ ਹੈ। ਇਹ ਜਿਹੜਾ ਇਕੱਲਾ ਸਟਰੈਸਫੁਲ ਲਾਈਫ ਨੂੰ ਲੀਡ ਨਹੀਂ ਕਰਦਾ, ਬਟ ਆਲਸੋ ਇਨਵਾਈਟ ਸੈਵਰਲ ਡਿਸੀਜ਼ਨ, ਜਿਹੜਾ ਆਪਣੇ ਕੋਲੇ ਆ ਨੋਟ ਓਨਲੀ ਬਟ ਆਲਸੋ, ਇਹ ਵੀ ਇੱਕ ਸੈਂਟੈਂਸ ਆਪਣੇ ਕੋਲ ਟਾਈਪ ਹੈਗੀ ਹੈ ਨਾ, ਵੇਰੀਏਸ਼ਨ ਆਉਂਦੀ ਹੈਗੀ ਹੈ ਜਦੋਂ ਤੁਸੀਂ ਸੈਂਟੈਂਸ ਐਡ ਕਰਦੇ ਆ, ਠੀਕ ਆ। ਹੁਣ ਪੈਸਿਵ ਵੀ ਕਰ ਰਹੇ ਹਾਂ, ਕੰਪਲੈਕਸ ਵੀ ਕਰ ਰਹੇ ਹੈਗੇ ਆ, ਤੇ ਹੁਣ ਆਪਾਂ ਇਹ ਵੀ ਕਰ ਦਿੱਤਾ, ਠੀਕ ਆ, ਨੋਟ ਓਨਲੀ ਬਟ ਆਲਸੋ ਵਾਲਾ। ਤਾਂ ਆਪਾਂ ਕੀ ਦੱਸ ਦਿੱਤਾ ਕਿ ਇਹ ਜਿਹੜੀ ਇੱਕ ਸਟਰੈਸਫੁਲ ਲਾਈਫ ਨੂੰ ਹੀ ਜਿਹੜਾ ਇਕੱਲਾ ਲੀਡ ਨਹੀਂ ਕਰਦੀ, ਹੋਰ ਕੀ ਹੁੰਦਾ, ਬਟ ਆਲਸੋ ਇਨਵਾਈਟ ਸੈਵਰਲ ਡਿਸੀਜ਼, ਹੋਰ ਵੀ ਜਿਹੜੀਆਂ ਕਾਫੀ ਡਿਸੀਜ਼ਨ ਨੂੰ ਜਿਹੜਾ ਹੈ ਕਿ ਇਨਵਾਈਟ ਕਰਦੀ ਹੈਗੀ ਹੈ, ਠੀਕ ਆ। ਉਦੋਂ ਬਾਅਦ ਹੁਣ ਤੁਸੀਂ ਕੀ ਕਰ ਰਹੇ ਆ, ਐਗਜ਼ਾਮਪਲ ਦੇਣੀ ਹੈਗੀ ਆ। ਹੁਣ ਆਪਾਂ ਕੀ ਕਰ ਦਿੱਤਾ, ਫॉर ਐਗਜ਼ਾਮਪਲ ਇੱਕ ਕਨੈਕਟਰ ਯੂਜ਼ ਕੀਤਾ, ਫਿਰ ਹੁਣ ਆਪਾਂ ਸਰਵੇ ਪਾ ਰਹੇ ਹਾਂ। ਅ ਸਰਵੇ ਵਾਜ਼ ਕੰਡਕਟਡ ਬਾਏ WHO, ਠੀਕ ਆ, ਬ੍ਰੈਕ ਦੇ ਵਿੱਚ ਦੱਸਦਾ ਵਰਲਡ ਹੈਲਥ ਆਰਗੇਨਾਈਜੇਸ਼ਨ। ਫਾਊਂਡ ਦੈਟ, ਕੀ ਫਾਊਂਡ ਕੀਤਾ ਉਹਨਾਂ ਨੇ, ਇਹ ਵੀ ਆਪਣੀ ਪੈਸਿਵ ਦੇ ਵਿੱਚ ਹੋਊਗੀ। ਮਤਲਬ ਹੁਣ ਮੈਂ ਕਿਹਾ ਸੀ ਤੁੱਕਾ ਆਪਣਾ ਇਹੀ ਆ ਕਿ ਦੋਨੋਂ ਜਿਹੜੀਆਂ ਐਗਜ਼ਾਮਪਲਸ ਆ, ਠੀਕ ਆ, ਉਹ ਤੁਸੀਂ ਪੈਸਿਵ ਦੇ ਵਿੱਚ ਕਰ ਲਓ। ਜੇ ਤੁਹਾਨੂੰ ਮਤਲਬ ਕਿ ਪੈਸਿਵ ਸੈਂਟੈਂਸ ਨਹੀਂ ਬਣਾਉਣੇ ਹੁੰਦੇ ਤਾਂ ਇਹ ਤਾਂ ਸਿੰਪਲ ਲਾਈਨ ਹੀ ਹੈਗੀ ਹੈ ਨਾ, ਸਰਵੇ ਵਾਜ਼ ਕੰਡਕਟਡ ਬਾਈ, ਜੋ ਵੀ ਤੁਸੀਂ ਬਾਅਦ ਵਿੱਚ ਸਰਵੇ ਪਾਉਣਾ, ਇਹ ਪੈਸਿਵ ਫਾਰਮ ਦੇ ਵਿੱਚ ਆ ਗਿਆ ਆਪਣਾ। ਤਾਂ ਇਸ ਤਰੀਕੇ ਨਾਲ ਤੁਸੀਂ ਕੀ ਕਰ ਸਕਦੇ, ਆਪਣੀ ਦੋਨੋਂ ਜਿਹੜੀਆਂ ਐਗਜ਼ਾਮਪਲ ਤੁਸੀਂ ਪੈਸਿਵ ਦੇ ਵਿੱਚ ਪਾਉਣੀਆਂ ਹੈਗੀਆਂ, ਇਹ ਹੈਬਿਟ ਬਣਾ ਲਓ, ਠੀਕ ਆ। ਤੇ ਇੱਕ ਤੁਸੀਂ ਜਦੋਂ ਇੰਟਰੋ ਸਟਾਰਟ ਕਰਨੀ ਹੈ ਉਦੋਂ ਪੈਸਿਵ ਐਡ ਕਰਨਾ। ਤਾਂ 3 ਪੈਸਿਵ ਹੋ ਗਏ, ਕਾਫੀ ਜ਼ਿਆਦਾ ਆਪਣਾ ਜਿਹੜੀ ਹੈਲਪ ਹੋ ਜੂਗੀ। ਉਸ ਤੋਂ ਬਾਅਦ ਜੇ ਤੁਸੀਂ 3-4 ਕੰਪਲੈਕਸ ਐਡ ਕਰਦੀਆਂ ਤਾਂ ਆਰਾਮ ਨਾਲ 7+ ਸਕੋਰ ਆਉਂਦੇ ਆਪਣੇ, ਠੀਕ ਆ। 30% ਲਰਨਰਸ ਆਰ, ਕੀ ਉਹਨਾਂ ਨੇ ਫਾਊਂਡ ਕੀਤਾ ਕਿ ਜਿਹੜੇ 30% ਲਰਨਰਸ ਆ ਉਹ ਕੀ ਆ, ਆਰ ਸਫਰਿੰਗ ਵਿਦ ਦਾ ਮੈਂਟਲ ਇਸ਼ੂ ਡਿਊ ਟੂ ਹਾਈ ਬਰਡਨ ਆਫ ਅਕੈਡਮਿਕ, ਠੀਕ ਆ। ਅਕੈਡਮਿਕ ਦਾ ਜਿਹੜਾ ਹਾਈ ਬਰਡਨ ਆ ਉਹਦੇ ਕਰਕੇ ਕੀ ਹੁੰਦੇ ਆ, 30% ਜਿਹੜੇ ਹੈਗੇ ਆ ਸਟੂਡੈਂਟਸ ਉਹ ਕੀ ਆ ਮੈਂਟਲ ਇਸ਼ੂ ਦੇ ਨਾਲ ਜਿਹੜਾ ਲੀਡ ਕਰ ਰਹੇ ਆ, ਠੀਕ ਆ। ਤਾਂ ਹੁਣ ਇਹਦਾ ਰਿਜ਼ਲਟ ਕੀ ਹੈ, ਐਜ਼ ਅ ਰਿਜ਼ਲਟ ਇਟ ਵੁੱਡ ਬੀ ਡੇਂਜਰਸ ਫॉर ਪਬਲਸ, ਠੀਕ ਆ। ਪਬਲਸ ਵੀ ਇੱਕ ਜਿਹੜਾ ਸਟੂਡੈਂਟਸ ਲਰਨਰਸ ਦੇ ਲਈ ਜਿਹੜਾ ਯੂਜ਼ ਕੀਤਾ ਜਾਂਦਾ। ਤਾਂ ਹੁਣ ਆਪਾਂ ਇੱਥੇ ਸਾਰੀ ਗੱਲ ਦੱਸਦਾ ਕਿ ਉਹਨਾਂ ਨੂੰ ਜਿਹੜਾ ਅਕੈਡਮਿਕ ਦਾ ਜਿਹੜੀ ਬਰਡਨ ਹੁੰਦਾ, ਆਪਾਂ ਇਲੈਬੋਰੇਸ਼ਨ ਦੇ ਵਿੱਚ ਵੀ ਦੱਸਿਆ ਸੀ ਕਿ ਡਿਸੀਜ਼ ਨੂੰ ਜਿਹੜਾ ਮਤਲਬ ਇਨਵਾਈਟ ਕਰਦਾ। ਉਸ ਤੋਂ ਬਾਅਦ ਆਪਾਂ ਇੱਕ ਐਗਜ਼ਾਮਪਲ ਨਾਲ ਵੀ ਕਲੀਅਰ ਕਰਤਾ ਕਿ ਮਤਲਬ ਕਿ ਹੋਇਆ ਹੈਗਾ, ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਫਾਊਂਡ ਕੀਤਾ। ਉਸ ਤੋਂ ਬਾਅਦ ਆਪਾਂ ਰਿਜ਼ਲਟ ਦੇਤਾ ਕਿ ਇਟ ਵੁੱਡ ਬੀ ਡੇਂਜਰਸ ਫॉर ਪਬਲਿਕ, ਠੀਕ ਆ। ਤਾਂ ਹੁਣ ਆਪਣਾ ਲਾਸਟ 'ਤੇ ਆ ਗਿਆ ਕਨਕਲੂਜਨ, ਠੀਕ ਆ। ਅਤੇ ਕਨਕਲੂਜਨ ਦੇ ਵਿੱਚ ਤੁਸੀਂ ਕੀ ਐਡ ਕਰਨਾ, ਟੂ ਕਨਕਲੂਡ ਇਟ, ਠੀਕ ਆ। ਕਨਕਲੂਡ ਕਰਨ ਲਈ ਆਪਾਂ ਕੀ ਕਰਨਾ ਹੈਗਾ, although both points have their own positive aspect,
ठीक आ। ਆਪਾਂ ਜਿਹੜਾ ਇੱਕ ਕੰਪਲੈਕਸ ਐਡ ਕਰ ਦਿੱਤਾ, ਕੰਪਲੈਕਸ ਕੀ ਆਲਦੋ ਯੈਟ, ਠੀਕ ਆ। ਆਲਦੋ ਨਾਲ ਹਮੇਸ਼ਾ ਯੈਟ ਲੱਗਦਾ, ਅਦਰਵਾਈਜ਼ ਤੁਸੀਂ ਕੌਮਾ ਵੀ ਯੂਜ਼ ਕਰ ਸਕਦੇ ਆ, ਬਟ ਨਹੀਂ ਯੂਜ਼ ਕਰਨਾ, ਠੀਕ ਆ। ਆਲਦੋ ਬੋਥ ਪੁਆਇੰਟਸ ਹੈਵ ਦੇਅਰ ਓਨ ਪੋਜ਼ੀਟਿਵ ਐਸਪੈਕਟ, ਯੈਟ ਆਈ ਐਮ ਵੈਰੀ ਕਨਵਿੰਸਡ ਦੈਟ ਯੰਗਸਟਰ ਸ਼ੁੱਡ ਹੈਵ ਅੰਬੀਸ਼ਨ, ਠੀਕ ਆ। ਤੁਸੀਂ ਕੀ ਕਹਿਤਾ, ਭਾਵੇਂ ਦੋਨੋਂ ਜਿਹੜੇ ਪੁਆਇੰਟਸ ਹੈਗੇ ਉਹ ਪੋਜ਼ੀਟਿਵ ਹੈਗੇ ਆ, ਠੀਕ ਆ, ਵੀ ਦੋਨੋਂ ਦਾ ਆਪਣਾ ਆਪਣਾ ਮਤਲਬ ਕਿ ਇੰਪੋਰਟੈਂਸ ਹੈਗੀ ਆ। ਜਿਹੜੇ ਲੋਕ ਸੋਚਦੇ ਹੈਗੇ ਆ ਕਿ ਏਮ ਹੋਣਾ ਚਾਹੀਦਾ, ਜਿਹੜੇ ਨਹੀਂ ਕਹਿੰਦੇ ਕਿ ਨਹੀਂ ਹੋਣਾ ਚਾਹੀਦਾ, ਦੋਨਾਂ ਦਾ ਜਿਹੜਾ ਮਤਲਬ ਕਿ ਵਧੀਆ ਹੈਗਾ, ਠੀਕ ਆ। ਤਾਂ ਆਪਾਂ ਕੀ ਲਿਖਿਆ ਕਿ ਪਰ ਫਿਰ ਵੀ ਮੈਂ ਕਿਹਦੇ ਵਾਲੀ ਹੈਗਾ, ਹੈਵ ਅੰਬੀਸ਼ਨ ਇਨ ਦੇਅਰ ਵਰਕ, ਠੀਕ ਆ, ਕਿ ਆਪਾਂ ਇਹ ਕਹਿ ਰਹੇ ਹਾਂ ਕਿ ਹਾਂ ਉਹਨਾਂ ਦਾ ਗੋਲ ਹੋਣਾ ਚਾਹੀਦਾ, ਠੀਕ ਆ। ਬਿਕੋਜ਼ ਕਿਉਂ ਹੋਣਾ ਚਾਹੀਦਾ ਉਹ ਕਾਰਨ ਦੱਸ ਰਹੇ ਹਾਂ। ਦਿਸ ਇਜ਼ ਬੈਟਰ ਦੈਨ ਨਾਟ ਨੋਇੰਗ ਵਟ ਦੇ ਆਰ ਡੂਇੰਗ, ਇਹ ਉਸ ਤੋਂ ਬੈਟਰ ਹੈਗਾ ਗਾ। ਦੈਨ ਵੀ ਇੱਕ ਕੰਪਲੈਕਸ ਸੈਂਟੈਂਸ ਆਪਣੇ ਕੋਲ, ਠੀਕ ਆ। ਇਹ ਵੀ ਕੰਪੈਰੀਜ਼ਨ ਕਰਨ ਲਈ ਆਪਾਂ ਯੂਜ਼ ਕਰਦੇ ਹੁੰਦੇ ਹਾਂ। ਨਾਟ ਨੋਇੰਗ, ਉਹ ਕਹਿੰਦੇ ਇਹ ਇਸ ਗੱਲੋਂ ਨਾਲ ਵਧੀਆ ਵੀ ਆਪਾਂ ਨੂੰ ਪਤਾ ਹੀ ਨਹੀਂ ਹੈਗਾ ਆਪਾਂ ਕਿਹੜਾ ਕੰਮ ਕਿਸ ਚੀਜ਼ ਦੇ ਲਈ ਕਰ ਰਹੇ ਹਾਂ, ਠੀਕ ਆ। ਤਾਂ ਆਈ ਹੋਪ ਜਿਹੜੀ ਅੱਜ ਦੀ ਵੀਡੀਓ ਤੁਹਾਡੇ ਲਈ ਇਨਫੋਰਮੇਟਿਵ ਹੋਵੇਗੀ। ਥੈਂਕਸ ਫॉर ਵਾਚਿੰਗ।